ਵਾਇਰਸ ਵਿਰੀਓਜ਼ ਪ੍ਰਾਇਨਸ ਐਂਡ ਲਾਈਕਨਸ। ਠੀਕ ਹੈ, 5 ਟਨ ਕਲਾਸੀਫਿਕੇਸ਼ਨ ਦੇ ਵਿੱਚ ਵਿਟੇਕਰ ਨੇ ਕੀ ਆ, ਕੁਝ ਆਰਗੈਨਿਜ਼ਮਸ ਨੂੰ ਬਿਲਕੁਲ ਵੀ ਮੈਂਸ਼ਨ ਨਹੀਂ ਕੀਤਾ ਕਿਉਂਕਿ ਇਹ ਸੈਲੂਲਰ ਆਰਗੈਨਿਜ਼ਮਸ ਨੇ। ਠੀਕ ਹੈ, ਤਾਂ ਆਪਾਂ ਇਹਨਾਂ ਨੂੰ ਲਿਵਿੰਗ ਦੇ ਵਿੱਚ ਕਲਾਸੀਫਾਈ ਨਹੀਂ ਕਰ ਸਕਦੇ, ਜਿੱਦਾਂ ਕਿ ਵਾਇਰਸਿਸ ਹੋ ਗਏ, ਵਿਰੀਓਜ਼ ਹੋ ਗਏ ਅਤੇ ਪ੍ਰਾਇਨਸ ਹੋ ਗਏ। ਠੀਕ ਹੈ, ਇਹਨਾਂ ਨੂੰ ਆਪਾਂ ਬਰੀਫਲੀ ਇੱਥੇ ਇੰਟਰੋਡਿਊਸ ਕੀਤਾ ਹੋਇਆ। ਆਲ ਆਫ ਅਸ ਹੂ ਹੈਵ ਸਫਰਡ ਦ ਇਲ ਇਫੈਕਟਸ ਆਫ ਕਾਮਨ ਕੋਲਡ flu know what effects viruses can have on us even if we do not is associated with our condition। ठीक है, ਆਪਾਂ ਸਾਰਿਆਂ ਨੂੰ ਕੀ ਕਾਮਨ ਕੋਲਡ ਤਾਂ ਕਦੇ ਨਾ ਕਦੇ ਹੋਇਆ ਹੀ ਹੋਊਗਾ। ਤਾਂ ਕਾਮਨ ਕੋਲਡ ਕੌਣ ਕੋਸ ਕਰਦੇ, ਵਾਇਰਸਿਸ ਕੋਸ ਕਰਦੇ ਨੇ। ਤਾਂ ਉੱਥੋਂ ਆਪਾਂ ਨੂੰ ਪਤਾ ਹੀ ਹੋਊਗਾ ਕਿ ਵਾਇਰਸ ਦਾ ਆਪਣੀ ਲਾਈਫ ਦੇ ਉੱਪਰ ਕਿੰਨਾ ਜ਼ਿਆਦਾ ਇਫੈਕਟ ਪੈਂਦਾ ਹੈ ਨਾ। ਭਾਵੇਂ ਵਾਇਰਸਿਸ ਨੂੰ ਕਲਾਸੀਫਿਕੇਸ਼ਨ ਦੇ ਵਿੱਚ ਕੋਈ ਜਗ੍ਹਾ ਕਿਉਂ ਨਹੀਂ ਮਿਲਦੀ, ਕਿਉਂਕਿ ਇਹ ਟਰੂਲੀ ਲਿਵਿੰਗ ਨਹੀਂ ਹੈਗੀ, ਕਿਉਂਕਿ ਇਹ ਸੈੱਲ ਇਹਨਾਂ ਦੀ ਬੇਸਿਕ ਯੂਨਿਟ ਨਹੀਂ ਹੁੰਦੀ। ਠੀਕ ਆ, ਕਿਉਂਕਿ ਲਿਵਿੰਗ ਆਰਗੈਨਿਜ਼ਮਸ ਆਪਾਂ ਉਹ ਹੁੰਦੇ ਜਿਹਨਾਂ ਕੋਲ ਸੈੱਲ ਸਟਰਕਚਰ ਹੁੰਦਾ, ਪਰ ਜਿਹੜੇ ਵਾਇਰਸਿਸ ਹੁੰਦੇ ਨੇ ਉਹਨਾਂ ਕੋਲ ਸੈੱਲ ਸਟਰਕਚਰ ਨਹੀਂ ਹੁੰਦਾ, ਇਸ ਕਰਕੇ ਉਹ ਟਰੂਲੀ ਲਿਵਿੰਗ ਨਹੀਂ ਹੁੰਦੇ। ਵਾਇਰਸਿਸ ਕੀ ਨੇ, ਨੋਨ ਸੈਲੂਲਰ ਆਰਗੈਨਿਜ਼ਮਸ ਨੇ ਜਿਨ੍ਹਾਂ ਦੇ ਕੋਲ ਕੀ ਹੈ, ਇਨਰਟ ਕ੍ਰਿਸਟਲਾਈਨ ਸਟਰਕਚਰ ਹੁੰਦਾ ਲਿਵਿੰਗ ਸੈੱਲ ਦੇ ਬਾਹਰ। ਲਿਵਿੰਗ ਸੈੱਲ ਦੇ ਬਾਹਰ ਕੀ ਹੈ, ਇਹ ਇਨਰਟ ਕ੍ਰਿਸਟਲਾਈਨ ਸਟਰਕਚਰ ਦੇ ਫਾਰਮ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ, ਅਤੇ ਫਿਰ ਲਿਵਿੰਗ ਸੈੱਲ ਦੇ ਅੰਦਰ ਇਹ ਹੋਸਟ ਦੇ ਸੈੱਲ ਸਟਰਕਚਰ ਦੇ ਉੱਪਰ ਟੇਕ ਓਵਰ ਕਰ ਲੈਂਦੇ ਨੇ ਅਤੇ ਉਹਨੂੰ ਆਪਦੇ ਹਿਸਾਬ ਨਾਲ ਰੈਗੂਲੇਟ ਕਰਨ ਲੱਗ ਜਾਂਦੇ ਨੇ। It is not going. Once they infect a cell, they take over the machinery of the host cell to replicate themselves। ठीक है, ਜਦੋਂ ਇਹ ਕਿਸੇ ਸੈੱਲ ਨੂੰ ਇਨਫੈਕਟ ਕਰਦੇ ਨੇ ਤਾਂ ਉਹਦੀ ਮਸ਼ੀਨਰੀ ਦੇ ਉੱਪਰ ਆਪਦਾ ਰਾਜ ਮਾ ਲੈਂਦੇ ਨੇ ਅਤੇ ਉਹਨੂੰ ਆਪਦੇ ਆਪ ਨੂੰ ਉਸ ਹੋਸਟ ਦੇ ਵਿੱਚ ਰੈਪਲੀਕੇਟ ਕਰਦੇ ਨੇ, ਅਤੇ ਜਿਹਦੇ ਨਾਲ ਹੋਸਟ ਨੂੰ ਇਹ ਮਾਰ ਦਿੰਦੇ ਨੇ। ਹੁਣ ਤੁਸੀਂ ਵਾਇਰਸਿਸ ਨੂੰ ਲਿਵਿੰਗ ਕਹੋਗੇ ਕਿ ਨਾਨ ਲਿਵਿੰਗ ਕਹੋਗੇ, ਕਿਉਂਕਿ ਲਿਵਿੰਗ ਤਾਂ ਇਹ ਤਾਂ ਨਹੀਂ ਹੋ ਸਕਦੇ ਕਿਉਂਕਿ ਇਹਨਾਂ ਦੇ ਕੋਲ ਟਰੂ ਸੈੱਲ ਸਟਰਕਚਰ ਨਹੀਂ ਹੈਗਾ, ਐਂਡ ਇਹ ਨਾਨ ਲਿਵਿੰਗ ਤਾਂ ਨਹੀਂ ਹੋ ਸਕਦੇ ਕਿਉਂਕਿ ਇਹ ਹੋਸਟ ਨੂੰ ਕੀ ਹੈ, ਟੇਕ ਓਵਰ ਕਰਕੇ ਆਪਣੇ ਆਪ ਨੂੰ ਰੈਪਲੀਕੇਟ ਕਰ ਸਕਦੇ ਨੇ। ਨਾਨ ਲਿਵਿੰਗ ਤਾਂ ਆਪਣੇ ਆਪ ਨੂੰ ਰੈਪਲੀਕੇਟ ਨਹੀਂ ਕਰ ਸਕਦੇ, ਇਸ ਕਰਕੇ ਇਹ ਨਾ ਹੀ ਲਿਵਿੰਗ ਨੇ ਨਾ ਹੀ ਨਾਨ ਲਿਵਿੰਗ ਨੇ। ਵਾਇਰਸ ਦਾ ਮਤਲਬ ਕਿੰਨਾ, ਵਾਇਰਸ ਦਾ ਵਰਡ ਮੀਨਿੰਗ ਹੁੰਦਾ ਵਾ ਵੈਨਮ ਜਾਂ ਫਿਰ ਪਿਓਰ ਪੋਇਜ਼ਨਸ ਫਲੂਇਡ, ਮਤਲਬ ਜ਼ਹਿਰੀਲਾ ਫਲੂਇਡ ਲਿਕੁਇਡ। ਸਭ ਤੋਂ ਪਹਿਲਾਂ ਡਿਮਿਤਰੀ ਇਵਾਨੋਵਸਕੀ ਨੇ 1892 ਦੇ ਵਿੱਚ ਕੁਝ ਮਾਈਕਰੋਬਸ ਨੂੰ ਲੱਭਿਆ ਸੀ, ਉਹਨੂੰ ਕੁਝ ਮਾਈਕਰੋਬਸ ਮਿਲੇ ਸੀ ਜਿਹੜੇ ਕਿ ਟੋਬੈਕੋ ਦੇ ਵਿੱਚ ਮੋਜ਼ੈਕ ਡਿਸੀਜ਼ ਕਾਜ਼ ਕਰਦੇ ਸੀਗੇ। ਮੋਜ਼ੈਕ ਡਿਸੀਜ਼ ਕਿੱਦਾਂ, ਲਾਈਕ ਕਿ ਟੋਬੈਕੋ ਦੀ ਲੀਵਸ ਨੇ ਹੈ ਨਾ, ਉਹਦੇ ਵਿੱਚ ਨਾ ਇੱਦਾਂ ਛੇਦ ਜਿਹੇ ਬਣ ਜਾਂਦੇ ਹੁੰਦੇ ਸੀ। ਠੀਕ ਹੈ, ਉਹਨੂੰ ਮੋਜ਼ੈਕ ਡਿਸੀਜ਼ ਕਹਿ ਦਿੰਦੇ ਹੁੰਦੇ ਆ। ਅਤੇ ਫਿਰ ਉਹਨੇ ਇਹਨਾਂ ਨੂੰ ਕੀ ਆ, ਬੈਕਟੀਰੀਆ ਪ੍ਰੂਫ ਫਿਲਟਰਸ ਦੇ ਵਿੱਚੋਂ ਪਾਸ ਕੀਤਾ ਸੀਗਾ, ਅਤੇ ਉੱਥੋਂ ਇਹਨੂੰ ਪਤਾ ਲੱਗਿਆ ਸੀ ਕਿ ਇਹ ਪਾਸ ਡਾਊਨ ਹੋ ਗਏ ਸੀ, ਇਹ ਬੈਕਟੀਰੀਆ ਪ੍ਰੂਫ ਫਿਲਟਰਸ ਦੇ ਵਿੱਚ ਨਹੀਂ ਰਹੇ। ਇਸ ਕਰਕੇ ਇਹਨੂੰ ਪਤਾ ਲੱਗਿਆ ਕਿ ਜਿਹੜਾ ਇਹ ਵਾਇਰਸਿਸ ਨੇ, ਵਾਇਰਸ ਤਾਂ ਉਦੋਂ ਇਹਨਾਂ ਨੇ ਨਾਮ ਨਹੀਂ ਦਿੱਤਾ ਵਾਇਰਸ। ਠੀਕ ਹੈ, ਬਸ ਇਹ ਮਾਈਕਰੋਬਸ ਜਿਹੜੇ ਨੇ ਇਹਨਾਂ ਦਾ ਸਾਈਜ਼ ਬੈਕਟੀਰੀਆ ਨਾਲੋਂ ਛੋਟਾ ਹੈਗਾ। ਫਿਰ ਉਹਦੇ ਬਾਅਦ MW ਬੈਚਰਨਿਕ ਨੇ 1898 ਦੇ ਵਿੱਚ ਕੀ ਕੀਤਾ, ਇੱਕ ਇਨਫੈਕਟਡ ਪਲਾਂਟ ਨੂੰ ਦਾ ਐਕਸਟ੍ਰੈਕਟ ਲਿਆ, ਉਹਦਾ ਜੂਸ ਕੱਢਿਆ। ਠੀਕ ਹੈ, ਅਤੇ ਉਹਨੂੰ ਫਿਰ ਹੈਲਦੀ ਪਲਾਂਟ ਦੇ ਉੱਪਰ ਪਾਇਆ, ਤਾਂ ਉੱਥੋਂ ਪਤਾ ਲੱਗਿਆ ਜਿਹੜਾ ਇਨਫੈਕਟਡ ਪਲਾਂਟ ਦਾ ਕੀ ਆ ਐਕਸਟ੍ਰੈਕਟ ਉਹ ਹੈਲਦੀ ਪਲਾਂਟਸ ਦੇ ਵਿੱਚ ਵੀ ਇਨਫੈਕਸ਼ਨ ਕਰ ਸਕਦਾ। ਅਤੇ ਇਹਨੇ ਫਿਰ ਨਵੇਂ ਪੈਥੋਜਨ ਨੂੰ, ਜਿਹੜਾ ਨਵਾਂ ਪੈਥੋਜਨ ਮਿਲਿਆ ਜਿਹੜਾ ਕਿ ਟੋਬੈਕੋ ਮੋਜ਼ੈਕ ਡਿਸੀਜ਼ ਕਾਜ਼ ਕਰਦਾ ਸੀ ਹੈ ਨਾ, ਉਹਨੂੰ ਵਾਇਰਸ ਨਾਮ ਦਿੱਤਾ। ਅਤੇ ਜਿਹੜਾ ਫਲੂਇਡ, ਜਿਹੜਾ ਐਕਸਟ੍ਰੈਕਟ ਉਹਨੇ ਇਨਫੈਕਟਡ ਪਲਾਂਟ ਤੋਂ ਕੱਢਿਆ ਸੀਗਾ, ਉਹਨੂੰ ਕੀ ਕਿਹਾ, ਕੰਟੈਜੀਅਮ ਵਾਈਵਮ ਫਲੂਇਡਮ, ਮਤਲਬ ਕਿ ਇਨਫੈਕਸ਼ੀਅਸ ਲਿਵਿੰਗ ਫਲੂਇਡ। ਉਹਨੂੰ ਉਸ ਫਲੂਇਡ ਨੂੰ ਕੰਟੈਜੀਅਮ ਵਾਈਵਮ ਫਲੂਇਡਮ ਦਾ ਨਾਮ ਦਿੱਤਾ ਗਿਆ। ਫਿਰ ਉਹਦੇ ਬਾਅਦ WM ਸਟੈਨਲੀ ਨੇ 1935। ਠੀਕ ਹੈ, ਇੱਥੇ ਜੇ ਨਾ ਕਨਫਿਊਜ਼ ਕਰਨਾ ਹੋਵੇ ਤਾਂ ਇੱਥੇ ਕਨਫਿਊਜ਼ ਬਹੁਤ ਸੌਖੇ ਤਰੀਕੇ ਨਾਲ ਹੋ ਸਕਦਾ। ਇੱਦਾਂ ਪੁੱਛਿਆ ਜਾ ਸਕਦਾ ਕਿ ਕੰਟੈਜੀਅਮ ਵਾਈਵਮ ਫਲੂਇਡਮ ਕਿਹਨੇ ਕੀਤਾ ਸੀ, ਅਤੇ ਉੱਥੇ WM ਬੈਜਰਨਿਕ ਵੀ ਲਿਖਿਆ ਹੋ ਸਕਦਾ। ਠੀਕ ਹੈ, MW ਬੈਜਰਨਿਕ ਆ ਅਤੇ WM ਸਟੈਨਲੀ ਆ। ਓਕੇ, WM ਸਟੈਨਲੀ 1935 ਦੇ ਵਿੱਚ ਉਹਨੇ ਸ਼ੋਅ ਕੀਤਾ ਸੀ ਕਿ ਜਿਹੜੇ ਵਾਇਰਸਿਸ ਨੇ ਉਹਨਾਂ ਨੂੰ ਆਪਾਂ ਕ੍ਰਿਸਟਲਾਈਜ਼ ਕਰ ਸਕਦੇ ਹਾਂ, ਅਤੇ ਜਿਹੜੇ ਇਹਨਾਂ ਦੇ ਕ੍ਰਿਸਟਲਸ ਹੁੰਦੇ ਨੇ ਲਾਰਜਲੀ ਪ੍ਰੋਟੀਨਸ ਦੇ ਬਣੇ ਹੁੰਦੇ ਨੇ, ਅਤੇ ਇਹ ਹੋਸਟ ਸੈੱਲ ਦੇ ਬਾਹਰ ਕੀ ਹੁੰਦੇ ਨੇ, ਇਨਰਟ ਹੁੰਦੇ ਨੇ। ਜਿਹੜੇ ਹੋਸਟ ਸੈੱਲ ਦੇ ਬਾਹਰ ਕੀ ਨੇ, ਇਨਰਟ ਨੇ, ਅਤੇ ਹੋਸਟ ਸੈੱਲ ਤੋਂ ਬਾਹਰ ਤਾਂ ਜਿੰਦਾ ਰਹਿ ਹੀ ਨਹੀਂ ਸਕਦੇ, ਇਸ ਕਰਕੇ ਇਹ ਕੀ ਨੇ, ਓਬਲੀਗੇਟ ਪੈਰਾਸਾਈਟਸ ਨੇ। ਓਕੇ, so now in addition to proteins, virus also contain genetic material। ਇਹਨਾਂ ਦਾ ਪ੍ਰੋਟੀਨੀਸ਼ੀਅਸ ਸਟਰਕਚਰ ਹੁੰਦਾ ਨਾ, ਪ੍ਰੋਟੀਨ ਦੇ ਕ੍ਰਿਸਟਲਸ ਹੁੰਦੇ ਨੇ ਵਾਇਰਸ ਦੇ ਕੋਲ, ਬਟ ਜੈਨੇਟਿਕ ਮਟੀਰੀਅਲ ਵੀ ਹੁੰਦਾ ਜਿਹੜਾ ਕਿ RNA ਵੀ ਹੋ ਸਕਦਾ ਅਤੇ DNA ਵੀ ਹੋ ਸਕਦਾ। ਕਿਸੇ ਵੀ ਵਾਇਰਸ ਕੋਲ ਦੋਨੇ RNA ਅਤੇ DNA ਨਹੀਂ ਹੁੰਦੇ। ਇੱਕ ਵਾਇਰਸ ਕੀ ਹੁੰਦਾ, ਨਿਊਕਲੀਅਰ ਪ੍ਰੋਟੀਨ ਹੁੰਦਾ। ਠੀਕ ਹੈ, ਵਾਇਰਸ ਨਿਊਕਲੀਅਰ ਪ੍ਰੋਟੀਨ ਹੁੰਦਾ ਜਿਹਦਾ ਕਿ ਜਿਹੜਾ ਜੈਨੇਟਿਕ ਮਟੀਰੀਅਲ ਆ ਉਹ ਇਨਫੈਕਸ਼ੀਅਸ ਹੁੰਦਾ ਗਾ। ਜਿਹੜੇ ਪਲਾਂਟ ਵਾਇਰਸਿਸ ਹੁੰਦੇ ਨੇ, ਠੀਕ ਹੈ, ਪਲਾਂਟ ਵਾਇਰਸਿਸ ਹੁੰਦੇ ਨੇ ਉਹਨਾਂ ਕੋਲ ਸਿੰਗਲ ਸਟੈਂਡਰਡ RNA ਹੁੰਦਾ ਗਾ, ਅਤੇ ਜਿਹੜੇ ਵਾਇਰਸਿਸ
ਐਨੀਮਲਸ ਨੂੰ ਇਫੈਕਟ ਕਰਦੇ ਨੇ, ਉਹਨਾਂ ਦੇ ਕੋਲ ਕਿਸ ਤਰ੍ਹਾਂ ਦਾ ਵੀ ਜੈਨੇਟਿਕ ਮਟੀਰੀਅਲ ਹੋ ਸਕਦਾ, ਮਤਲਬ ਉਹਨਾਂ ਦੇ ਕੋਲ ਸਿੰਗਲ ਸਟੈਂਡਰਡ RNA ਵੀ ਹੋ ਸਕਦਾ, ਉਹਨਾਂ ਦੇ ਕੋਲ ਡਬਲ ਸਟੈਂਡਰਡ RNA ਵੀ ਹੋ ਸਕਦਾ, ਐਂਡ ਉਹਨਾਂ ਦੇ ਕੋਲ ਡਬਲ ਸਟੈਂਡਰਡ DNA ਵੀ ਹੋ ਸਕਦਾ ਹੈਗਾ। ਸਿੰਗਲ ਸਟੈਂਡਰਡ RNA ਵਾਇਰਸਿਸ ਦੇ ਐਗਜ਼ਾਮਪਲਸ ਹੈਗੇ ਨੇ, ਇੱਕ ਤਾਂ ਆਪਣਾ ਉਹੀ ਹੋ ਗਿਆ ਟੋਬੈਕੋ ਮੋਜ਼ੈਕ ਵਾਇਰਸ, ਰਾਈਟ, ਜਿਹੜਾ ਕਿ ਮੋਜ਼ੈਕ ਡਿਸੀਜ਼ ਇਨ ਪਲਾਂਟਸ, ਉਹਦੇ ਵੈਸੇ ਪਲਾਂਟਸ ਦਾ ਸੌਰੀ। ਐਨੀਮਲਸ ਦੀ ਗੱਲ ਕਰੀਏ ਤਾਂ ਸਿੰਗਲ ਸਟੈਂਡਰਡ RNA ਵਾਇਰਸ ਦਾ ਐਗਜ਼ਾਮਪਲ ਆ ਕੋਰੋਨਾ। ਹੂ ਇਜ਼ ਨਾਟ ਫੈਮੀਲੀਅਰ ਵਿਦ ਕੋਰੋਨਾ, ਠੀਕ ਹੈ, ਇਹ ਤਾਂ ਸਾਰਿਆਂ ਨੂੰ ਪਤਾ ਜਿਹੜਾ ਕੋਰੋਨਾ ਹੈਗਾ, ਠੀਕ ਹੈ, ਉਹ ਤਾਂ ਸਾਰਿਆਂ ਨੂੰ ਯਾਦ ਹੀ ਰਹਿ ਜਾਊਗਾ ਕਿ ਉਹ ਸਿੰਗਲ ਸਟੈਂਡਰਡ RNA ਦਾ ਐਗਜ਼ਾਮਪਲ ਆ। ਅਤੇ ਪੋਲੀਓ ਵਾਇਰਸ ਅਤੇ HIV ਵਾਇਰਸ, ਮਤਲਬ ਜਿਹੜਾ ਵਾਇਰਸ ਏਡਸ ਕੋਜ਼ ਕਰਦਾ, ਠੀਕ ਹੈ, ਇਹ ਸਾਰੇ ਕੀ ਨੇ ਸਿੰਗਲ ਸਟੈਂਡਰਡ RNA ਵਾਇਰਸਿਸ ਨੇ। ਅਤੇ ਹੁਣ ਆਪਾਂ ਡਬਲ ਸਟੈਂਡਰਡ RNA ਵਾਇਰਸਿਸ ਦੀ ਗੱਲ ਕਰੀਏ ਤਾਂ ਡਬਲ ਸਟੈਂਡਰਡ RNA ਵਾਇਰਸਿਸ ਨੂੰ ਕੀ ਕਿਹਾ ਜਾਂਦਾ ਹੈਗਾ, ਰੀਓ ਵਾਇਰਸ ਕਿਹਾ ਜਾਂਦਾ, ਠੀਕ ਹੈ, ਰੀਓ ਵਾਇਰਸ ਕਿਹਾ ਜਾਂਦਾ। ਅਤੇ ਇਹਦਾ ਐਗਜ਼ਾਮਪਲ ਕੀ ਆ, ਰੋਟਾ ਵਾਇਰਸ। Rotavirus is an example of double-stranded RNA virus. Now talking about double-stranded DNA viruses. Double-stranded DNA viruses ਦੇ example ਹੈਗੇ ਨੇ herpes virus. herpes virus ਉਹ ਵਾਇਰਸ ਜਿਹੜਾ ਕਿ chicken pox cause ਕਰਦਾ। herpes virus causes chicken pox. And next example could be pox virus. Pox virus causes smallpox. चिकन पॉक्स हर्ब्स वायरस के द्वारा कॉज किया जाता है, स्मॉल पॉक्स वायरस के द्वारा कॉज किया जाता है। एंड कंजक्टिविटी हो जाती है ना, ਜਿਹੜੇ ਆਪਣੇ ਕਾਮਨ ਕੋਲਡ ਦੇ ਵਾਇਰਸ ਹੁੰਦੇ ਨੇ, ਠੀਕ ਹੈ, ਜਿਹੜੇ ਵਾਇਰਸਿਸ ਕਾਮਨ ਕੋਲਡ ਕੌਜ਼ ਕਰਦੇ ਉਹਨਾਂ ਨੂੰ ਕੀ ਕਿਹਾ ਜਾਂਦਾ, ਐਡੀਨੋ ਵਾਇਰਸਿਸ ਕੌਜ਼ ਕਾਮਨ ਕੋਲਡ। ਉਹ ਵੀ ਕੀ ਹੁੰਦੇ ਨੇ, ਡਬਲ ਸਟੈਂਡਰਡ DNA ਵਾਇਰਸਿਸ ਹੁੰਦੇ ਨੇ। ਅਤੇ ਹੋਰ ਆਪਣਾ ਹੋ ਗਿਆ ਪੈਪੀਲੋਮਾ ਵਾਇਰਸ ਕੀ ਕੌਜ਼ ਕਰਦਾ, ਵੌਟਸ ਕੀ ਆ, ਸੈਕਸ਼ੁਅਲੀ ਟਰਾਂਸਮਿਟਡ ਡਿਸੀਜ਼ ਆ। ਜੇ ਹਿਊਮਨ ਹੈਲਥ ਡਿਸੀਜ਼ ਵਾਲੇ ਚੈਪਟਰ ਦੇ ਵਿੱਚ ਵੀ ਪੁੱਛਿਆ ਜਾਵੇ ਕਿ ਜਿਹੜਾ ਵੌਟਸ ਆ ਉਹ ਬੈਕਟੀਰੀਆ ਕੌਜ਼ ਕਰਦੇ ਕਿ ਵਾਇਰਸ, ਦੈਨ ਵੌਟਸ ਇਜ਼ ਕੌਜ਼ਡ ਬਾਈ ਵਾਇਰਸ, ਅਤੇ ਸਪੈਸ਼ਲੀ ਕਿਹੜਾ ਵਾਇਰਸ, ਪੈਪੀਲੋਮਾ ਵਾਇਰਸ। ਹੋਰ polyoma virus, there are many examples of all these viruses। ਅਤੇ ਜਿਹੜੇ ਬੈਕਟੀਰੀਓਫੇਜਸ ਹੁੰਦੇ ਨੇ, ਮਤਲਬ ਜਿਹੜੇ ਵਾਇਰਸਿਸ ਬੈਕਟੀਰੀਆ ਦੇ ਵਿੱਚ ਡਿਸੀਜ਼ ਕੌਜ਼ ਕਰਦੇ ਨੇ, ਬੈਕਟੀਰੀਆ ਆਪਾਂ ਨੂੰ ਡਿਸੀਜ਼ ਕੌਜ਼ ਕਰਦੇ ਨੇ, ਜਿਹੜੀ ਚੀਜ਼ ਆਪਾਂ ਨੂੰ ਡਿਸੀਜ਼ ਕੌਜ਼ ਕਰਦੀ ਹੈ ਉਹਨੂੰ ਵੀ ਕੋਈ ਡਿਸੀਜ਼ ਕੌਜ਼ ਕਰ ਸਕਦਾ, ਠੀਕ ਹੈ। ਵਾਇਰਸਿਸ ਬੈਕਟੀਰੀਆ ਦੇ ਵਿੱਚ ਡਿਸੀਜ਼ ਕੌਜ਼ ਕਰਦੇ ਨੇ ਅਤੇ ਉਹਨਾਂ ਨੂੰ ਬੈਕਟੀਰੀਓਫੇਜਸ ਕਿਹਾ ਜਾਂਦਾ। ਅਤੇ ਇਹ ਕੀ ਹੁੰਦੇ ਨੇ, ਡਬਲ ਸਟੈਂਡਰਡ DNA ਵਾਇਰਸਿਸ ਹੁੰਦੇ ਨੇ, ਯੂਜੂਅਲੀ ਹੁੰਦੇ ਨੇ, ਠੀਕ ਹੈ, ਸਾਰੇ ਨਹੀਂ ਹੁੰਦੇ, ਮੋਸਟ ਆਫ ਦੈਮ ਡਬਲ ਸਟੈਂਡਰਡ DNA ਵਾਇਰਸਿਸ ਹੁੰਦੇ ਨੇ। ਜਿਹੜਾ ਪ੍ਰੋਟੀਨ ਕੋਟ ਹੁੰਦਾ, ਠੀਕ ਹੈ, ਉਹਨੂੰ ਕੈਪਸਿਡ ਕਿਹਾ ਜਾਂਦਾ, ਠੀਕ ਹੈ, ਜਿਹੜਾ ਵਾਇਰਸ ਦੇ ਬਾਹਰ ਪ੍ਰੋਟੀਨ ਕੋਟ ਹੁੰਦਾ। ਲਾਈਕ ਹੇਅਰ ਇਜ਼ ਦਾ ਫੋਟੋ ਆਫ ਟੋਬੈਕੋ ਮੋਜ਼ੈਕ ਵਾਇਰਸ, ਬਟ ਇਟਸ ਨਾਟ ਲੋਡਿੰਗ। Here is the photo of tobacco mosaic virus. All the green portion is capsid, and ਜਿਹੜਾ capsid ਹੈ ਉਹ small subunits ਦਾ ਬਣਿਆ ਹੁੰਦਾ, ਲਾਈਕ ਇਹ ਸਬ ਯੂਨਿਟ ਹੋ ਗਈ ਨਾ, ਇਹ ਸਬ ਯੂਨਿਟਸ ਹੋ ਗਈ, ਇਹਨਾਂ ਨੂੰ ਕੀ ਕਿਹਾ ਜਾਂਦਾ, ਕੈਪਸੋਮੀਅਰਸ ਕਿਹਾ ਜਾਂਦਾ, ਓਕੇ। ਅਤੇ ਆਹ ਪ੍ਰੋਟੀਨ ਕੋਟ ਆ, ਇਹ ਵੀ ਕੀ ਹੋਊਗਾ, ਕੈਪਸਿਡ ਹੋਊਗਾ। ਸੋ ਪ੍ਰੋਟੀਨ ਕੋਟ ਨੂੰ ਕੈਪਸਿਡ ਕਿਹਾ ਜਾਂਦਾ, ਜਿਹੜਾ ਕਿ ਪ੍ਰੋਟੀਨ ਕੋਟ ਆ ਸਮੋਲ ਸਬ ਯੂਨਿਟਸ ਦਾ ਬਣਿਆ ਹੁੰਦਾ, ਜਿਹਨਾਂ ਕਿ ਕੈਪਸੋਮੀਅਰ ਕਿਹਾ ਜਾਂਦਾ। ਅਤੇ ਜਿਹੜੇ ਇਹ ਸਮੋਲ ਸਬ ਯੂਨਿਟਸ ਨੇ, ਠੀਕ ਹੈ, ਇਹ ਸਾਰੇ ਇਕੱਠੇ ਮਿਲ ਕੇ ਕੈਪਸਿਡ ਪ੍ਰੋਟੀਨ ਕੋਟ ਬਣਾਉਂਦੇ। ਜਿਹੜਾ ਪ੍ਰੋਟੀਨ ਕੋਟ ਆ ਉਹ ਨਿਊਕਲਿਕ ਐਸਿਡ ਨੂੰ ਕੀ ਹੈ, ਪ੍ਰੋਟੈਕਟ ਕਰਦਾ। ਨਿਊਕਲਿਕ ਐਸਿਡ ਕੋਈ ਵੀ ਹੋ ਸਕਦਾ, ਸਿੰਗਲ ਸਟੈਂਡਰਡ RNA ਹੋ ਸਕਦਾ, ਡਬਲ ਸਟੈਂਡਰਡ RNA ਹੋ ਸਕਦਾ, ਡਬਲ ਸਟੈਂਡਰਡ DNA ਹੋ ਸਕਦਾ ਵਾ। ਜਿਹੜੇ ਇਹ ਕੈਪਸੋਮੀਅਰਸ ਹੁੰਦੇ ਨੇ, ਇਹ ਹੈਲੀਕਲ ਮਤਲਬ ਇੱਦਾਂ ਹੈਲਿਕਸ ਦੀ ਫਾਰਮ ਦੇ ਵਿੱਚ, ਲਾਈਕ ਟੋਬੈਕੋ ਮੋਜ਼ੈਕ ਵਾਇਰਸ ਦੇ ਵਿੱਚ ਜਿੱਦਾਂ ਦਿਖਿਆ ਜਾਂਦਾ ਨਾ, ਜਾਂ ਫਿਰ ਪੋਲੀਹੈਡਰਲ ਫਾਰਮਸ ਦੇ ਵਿੱਚ, ਠੀਕ ਹੈ। ਮੋਸਟ ਆਫ ਦਾ ਜਿਹੜੇ ਬੈਕਟੀਰੀਓਫੇਜਸ ਹੁੰਦੇ ਨੇ ਪੋਲੀਹੈਡਰਲ ਫਾਰਮ ਦੇ ਵਿੱਚ ਦੇਖਣ ਨੂੰ ਮਿਲਦੇ ਨੇ, ਠੀਕ ਹੈ। ਹੈਲੀਕਲ ਅਤੇ ਪੋਲੀਹੈਡਰਲ ਜਿਓਮੈਟਰੀਕਲ ਫਾਰਮ ਦੇ ਵਿੱਚ ਇਹ ਕੈਪਸੋਮੀਅਰਸ ਅਰੇਂਜਡ ਹੁੰਦੇ ਨੇ। ਜਿਹੜੇ ਵਾਇਰਸਿਸ ਨੇ ਉਹ ਕਿ ਕਾਫੀ ਸਾਰੇ ਡਿਸੀਜ਼ ਕੌਜ਼ ਕਰਦੇ ਨੇ, ਲਾਈਕ ਮੰਪਸ ਹੋ ਗਿਆ, ਸਮਾਲ ਪੌਕਸ ਹੋ ਗਿਆ, ਹਰਪਸ ਹੋ ਗਿਆ, ਹੈ ਨਾ, ਇਨਫਲੂਐਂਜ਼ਾ ਹੋ ਗਿਆ, ਇਹ ਸਾਰੇ ਡਿਸੀਜ਼ ਜਿਹੜੇ ਨੇ ਵਾਇਰਸਿਸ ਦੇ ਦੁਆਰਾ ਕੌਜ਼ ਕੀਤੇ ਜਾਂਦੇ ਨੇ। ਅਤੇ ਜਿਹੜਾ ਏਡਸ ਆ ਉਹ ਵੀ ਵਾਇਰਸ ਦੇ ਦੁਆਰਾ ਕੌਜ਼ ਕੀਤਾ ਜਾਂਦਾ। ਕਿਹੜਾ ਵਾਇਰਸ ਕੌਜ਼ ਕਰਦਾ, HIV, ਐਂਡ HIV ਵਾਇਰਸ ਕੀ ਹੁੰਦਾ, ਸਿੰਗਲ ਸਟੈਂਡਰਡ RNA ਵਾਇਰਸ ਹੁੰਦਾ। ਹੋਰ ਕਿਹੜਾ ਹੁੰਦਾ, ਪੋਲੀਓ ਵਾਇਰਸ ਹੋ ਗਿਆ, ਸਿੰਗਲ ਸਟੈਂਡਰਡ RNA ਵਾਇਰਸ, ਐਂਡ ਕੋਰੋਨਾ ਵਾਇਰਸ। ਪਲਾਂਟਸ ਦੇ ਵਿੱਚ ਜਿਹੜੇ ਸਿੰਪਟਮਸ ਨੇ ਵਾਇਰਸਿਸ ਦੇ ਉਹ ਕਿਹੜੇ ਦੇਖਣ ਨੂੰ ਮਿਲਦੇ ਨੇ, ਮੋਜ਼ੈਕ ਫੋਰਮੇਸ਼ਨ, ਲੀਫ ਰੋਲਿੰਗ ਐਂਡ ਕਰਲਿੰਗ, ਯੈਲੋਇੰਗ ਆਫ ਲੀਵਸ, ਵੀਨ ਕਲੇਰੇਸ਼ਨ, ਡਵਾਰਫਿੰਗ, ਹੈ ਨਾ, ਅਤੇ ਸਟੰਟਡ ਗਰੋਥ। ਇਹ ਕਾਫੀ ਸਾਰੇ ਆਪਾਂ ਨੂੰ ਪਲਾਂਟਸ ਦੇ ਵਿੱਚ ਵੀ ਦੇਖਣ ਨੂੰ ਮਿਲਦੇ ਨੇ। ਮੋਜ਼ੈਕ ਫੋਰਮੇਸ਼ਨ ਉਹੀ ਇੱਦਾਂ
मतलब छेद जे बन जाने प्लांट की लीफ के उन्होंने मोज़ैक फॉर्मेशन कह देंगे आ। लीफ रोलिंग मतलब लीफ जी वो इदा इकट्ठी हो जाती है, आ लीफ आ तो यह पार्ट उपर नूं सुंगड़ जाती है। लीफ करलिंग मतलब आह लीफ सी है ना, तो यह इदा गोल हो गई, ठीक है, इदा जी हो गई लीफ करलिंग हो गई, येलोइंग हो गई, ग्रीन तो येलो कलर हो गया वह। बीन क्लैरिंग बीनस के कुछ रहा नहीं है। डिवार्फिंग प्लांट की जी ग्रोथ आ वो क्या छोटी रह गई या स्टंटेड रह गई, ओके, कितों वध गया तो कितों घट वध गया, मतलब एक रैगूलेटेड ग्रोथ नहीं हुई प्लांट की। ये सारे डिसीज़ वायरसिस के द्वारा कॉज किए जाते हैं। हुण आपां विरियोड्स की गल करते हैं, जिहड़े विरियोड्स ने, ठीक है, वो किने डिस्कवर किए सी 1971 दे विच टियोडाइनर के द्वारा, ठीक है, टियोडाइनर के द्वारा एक नवा इन्फैक्शियस एजेंट डिस्कवर किया गया सी जिहड़ा कि वायरसिस तो छोटा सीगा, ठीक है, तो यह किहड़ा डिसीज़ कॉज करदा सी, पोटैटो स्पिंडल ट्यूबर डिसीज़ कॉज करदा सीगा। ते यही किदां दा सीगा, यह किसी फ्री RNA सी, मतलब कि यह कला RNA सी, ये बाहर कोई भी प्रोटीनीशियस कोट देखने को नहीं मिले। इट लैक द प्रोटीन कोट, ठीक है, इस जोड़ा कि वायरसिस के पाया जाता, वायरसिस के प्रोटीन कोट पाया जाता, पर ये प्रोटीन कोट नहीं सी, ये कला तो कला RNA वायरस सीगा, ठीक है। इस करके विरियोड किया गया, मतलब जी चीज़ वायरस के प्रेजेंट आ वो कोई उन्होंने कोई चीज़ लैक कर रहा, इस करके विरियोड किया गया। जोड़ा इन्हों का RNA होंदा वो लो मॉलीक्यूलर वेट का होंदा, ओके, वो हल्का होंदा गा वायरस के RNA तो। आप प्रायंस की गल करते हैं, मॉडर्न मैडिसिन के सर्टेन इन्फैक्शियस एजेंट्स, सर्टेन इन्फैक्शियस न्यूरोलॉजिकल डिसीज़, ठीक है, प्रायंस किहड़े डिसीज़ कॉज करते हैं, न्यूरोलॉजिकल डिसीज़। अज की मैडिसिन के काफ़ी ज़्यादा इन्फैक्शियस न्यूरोलॉजिकल डिसीज़ देखे गए सी जो कि एबनॉर्मली फोल्डेड प्रोटीन के द्वारा ट्रांसमिट किए जाते थे, ठीक है, तो एबनॉर्मली फोल्डेड प्रोटीन की सी कुछ होर नहीं सी, प्रायंस सी, मतलब प्रायंस के कोल जेनेटिक मटीरियल नहीं होंदा, दे कंसिस्ट ऑफ प्रोटीन्स ओनली। द एजेंट वॉज सिमिलर इन साइज टू वायरसिस, तो इन्हों का साइज जोड़ा वायरसिस के बराबर ही होंदा सीगा, तो इन्होंने एजेंट्स को किया गया प्रायंस किया गया। मोस्ट नोटेबल डिसीज़ किहड़ा सी जिहड़े प्रायंस कॉज करते सी, उसी बोवाइन स्पॉन्जिफॉर्म एनसेफेलोपैथी BSC, ठीक है, BSC डिसीज़ मैड काउ डिसीज़ भी कहता है, मज्झा गावां दे विच कॉज किया जाता है प्रायंस के द्वारा, जिहदे मच बिल्कुल पागल हो जाती है, ओके। बोवाइन स्पॉन्जिफॉर्म एनसेफेलोपैथी BSC जिन्होंने कि मैड कॉज डिसीज़ भी कहा जाता, मैड काउ डिसीज़ भी कहा जाता, ये कैटल के होंदा गा, ते उहदा एनालॉगस मतलब सेम सिम्पटम्स जी एनिमल्स के देखने को मिलने है ना, ह्यूमनस के देखने को मिलन, तो वह डिसीज़ भी प्रायंस के द्वारा किया जाता, पर वो डिसीज़ आप कहने क्रूज़फेल्ट जैकॉब डिसीज़। पिछले एडिशन के इसका नाम लिखा सी सीआर जैकॉब डिसीज़, बट इतने हम करैक्शन हुई है, इनका नाम लिखा क्रूज़फेल्ट जैकॉब डिसीज़, मार्केट। Now talking about लाइकन्स की होंगे ने, सिम्बायोटिक एसोसीएशन होंदियां ने एल्गे ते फंजाई दी, एक है म्यूचुअल यूजफुल एसोसीएशन है, मतलब ये एल्गे नूं भी फायदा होगा तो फंजाई नूं भी फायदा होगा। जिहड़ा एल्कल कंपोनेंट है उन्होंने फाइकोबायंट कहा जाता, जिहड़ा फंगल कंपोनेंट है उन्होंने माइकोबायंट कहा जाता। जिहड़ा फाइकोबायंट आ वो की होंदा ऑटोट्रॉफिक होंदा, जिहड़ा माइकोबायंट आ वो हेटरोट्रॉफिक होंदा गा। ते एल्गे की करदा फंजाई वास्ते फूड प्रिपेयर करदा गा, ते फंजाई उहदे बदले दे विच एल्गे नूं शेल्टर प्रोवाइड करदा ते उहदे लई मिनरल न्यूट्रीएंट्स ते वाटर नूं एब्जॉर्ब कर देगा। इन्हों की एसोसीएशन इन्नी क्लोज होंगी है ना कि कोई इन्होंने देख के नहीं कह सकता ये दो अलग अलग ऑर्गेनिज्म का बनया है, ऐसा लगता कि एक ही ऑर्गेनिज्म आ, ठीक है। So close is their association that if one saw a lichen in nature, one would never imagine that they had two different organisms within them. Lichens ਜਿਹੜੇ ਨੇ ਉਹ ਕਾਫੀ ਵਧੀਆ ਪੋਲਿਊਸ਼ਨ ਇੰਡੀਕੇਟਰਸ ਨੇ, ਜਿੱਥੇ ਪੋਲਿਊਸ਼ਨ ਹੁੰਦਾ ਇੱਥੇ ਉੱਥੇ ਨਹੀਂ ਪਾਏ ਜਾਂਦੇ ਨੇ, ਠੀਕ ਹੈ। ਪੋਲਿਊਸ਼ਨ ਦੇ ਵਿੱਚ ਸਲਫਰ ਡਾਈਆਕਸਾਈਡ ਹੁੰਦਾ, ਸਲਫਰ ਡਾਈਆਕਸਾਈਡ ਰਿਚ ਰੀਜਨ ਦੇ ਵਿੱਚ ਇਹ ਜਿਹੜੇ ਨੇ नहीं देखने को मिलती, ठीक है, पोल्यूटेड एरियाज के नहीं ग्रो करते। हम आप समरी पढ़ते हैं, बायोलॉजिकल क्लासिफिकेशन ऑफ प्लांट्स एंड एनिमल्स वॉज फर्स्ट प्रपोज्ड बाय अरिस्टोटल ऑन द बेसिस ऑफ सिंपल मॉर्फोलॉजिकल कैरेक्टर्स। सब तो पहला अरिस्टोटल ने सिंपल मॉर्फोलॉजिकल कैरेक्टर्स के उपर बायोलॉजिकल क्लासिफिकेशन की, उसके बाद लिनियस ने क्लासिफिकेशन की, सारे ऑर्गेनिजम्स को दो किंगडम डिवाइड किया, प्लांटी ते एनिमलिया। फिर विटेकर ने 5 किंगडम क्लासिफिकेशन दी, वैसे तो लिनियस तो बाद अंशकल है, अंशकल बाद कोपलैंड, कोपलैंड तो बाद विटेकर ने
फाइव किंगडम क्लासीफिकेशन दी जी आप पढ़ रहे हैं। वैसे तो हम मॉडर्न क्लासीफिकेशन चेंज हो चुकी है, ठीक है, जिहदे मोनेरा, प्रोटिस्टा, फंजाई, प्लांटे ते एनीमिलिया होंदे ने। जिहड़ा मेन क्राइटेरिया सी फाइव किंगडम क्लासीफिकेशन दे वो 5 क्राइटेरिया सी किहड़े सी सैल स्ट्रक्चर, बॉडी ऑर्गेनाइजेशन, मोड ऑफ न्यूट्रिशन, रिप्रोडक्शन ते फाइलोजेनेटिक रिलेशनशिप। ओके, ਤੇ 5 ਕਿੰਗਡਮ ਕਲਾਸੀਫਿਕੇਸ਼ਨ ਦੇ ਵਿੱਚ ਜਿਹੜੇ ਬੈਕਟੀਰੀਆ ਸੀ ਉਹਨਾਂ ਨੂੰ ਕਿੰਗਡਮ ਮੋਨੇਰਾ ਦੇ ਵਿੱਚ ਲਿਆ ਜਾਂਦਾ ਗਾ। ਤੇ ਬੈਕਟੀਰੀਆ ਕਿਹਨੇ ਕਾਸਮੋਪੋਲੀਟਨ ਹੁੰਦੇ, ਮਤਲਬ ਉਹ ਸਾਰੇ ਕਿਤੇ ਦੇਖਣ ਨੂੰ ਮਿਲਦੇ ਨੇ। ਜਿਹੜੇ ਆਰਗੈਨਿਜ਼ਮਸ ਸੀਗੇ ਇਹ ਮੋਸਟ ਐਕਸਟੈਂਸਿਵ ਮੈਟਾਬੋਲਿਕ ਡਾਇਵਰਸਿਟੀ ਸ਼ੋ ਕਰਦੇ ਨੇ, ਮਤਲਬ ਸਭ ਤੋਂ ਜ਼ਿਆਦਾ ਮੈਟਾਬੋਲਿਕ ਡਾਇਵਰਸਿਟੀ, ਵੈਰਾਈਟੀ ਮੈਟਾਬੋਲਿਕ ਡਾਇਵਰਸਿਟੀ ਇਹਨਾਂ ਦੇ ਵਿੱਚ ਹੀ ਦੇਖਣ ਨੂੰ ਮਿਲਦੀ ਹੈ, ਕਿਉਂਕਿ ਇਹ ਨਿਊਟ੍ਰੀਸ਼ਨ ਦੇ ਵਿੱਚ ਅਤੇ ਹੈਬੀਟੇਟ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਡਾਇਵਰਸਿਟੀ ਸ਼ੋ ਕਰਦੇ ਨੇ। ਅਤੇ ਇਹਨਾਂ ਦਾ ਸਟਰਕਚਰ ਸਿੰਪਲ ਹੁੰਦਾ, ਬਟ ਆਰਗੇਨਾਈਜੇਸ਼ਨ ਇਹਨਾਂ ਦੀ बहुत ਕੰਪਲੈਕਸ ਹੁੰਦੀ ਹੈ। ਬੈਕਟੀਰੀਆ ਕੀ ਹੈ, ਆਟੋਟ੍ਰੋਫਿਕ ਵੀ ਹੋ ਸਕਦੇ ਨੇ, ਹੈਟਰੋਟ੍ਰੋਫਿਕ ਵੀ ਹੋ ਸਕਦੇ ਨੇ। ਅਤੇ ਜਿਹੜੇ ਕਿੰਗਡਮ ਪ੍ਰੋਟਿਸਟਾ ਉਹਦੇ ਵਿੱਚ ਕੀ ਹੁੰਦਾ ਹੈ, ਸਿੰਗਲ ਸੈਲ ਯੂਕੈਰੀਓਟਸ ਹੁੰਦੇ ਨੇ, ਜਿੱਦਾਂ ਕਰਾਈਜ਼ੋਫਾਈਟਸ, ਜਾਈਨੋਫਲੈਜੇਲੇਟਸ, ਸਿਊਗਿਨੋਇਡਸ, ਲਾਈਮੋਇਡਸ ਅਤੇ ਪ੍ਰੋਟੋਜ਼ੋਆਨਸ ਹੋ ਗਏ ਨਾ। ਪ੍ਰੋਟਿਸਟ ਕੋਲ ਇੱਕ ਡਿਫਾਈਨਡ ਨਿਊਕਲੀਅਸ ਹੁੰਦਾ ਹੈ। ਡਿਫਾਈਨਡ ਨਿਊਕਲੀਅਸ ਕਿਉਂ, ਕਿਉਂਕਿ ਯੂਕੈਰੀਓਟਸ ਨੇ ਅਤੇ ਹੋਰ ਵੀ ਮੈਂਬਰੇਨ ਬਾਉਂਡ ਆਰਗੇਨੇਲਿਸ ਪ੍ਰੈਜ਼ੈਂਟ ਹੁੰਦੀਆਂ ਨੇ। ਇਹ ਕੀ ਹੈ, ਦੋਨੇ ਤਰ੍ਹਾਂ ਨਾਲ ਰੀਪਰੋਡਿਊਸ ਕਰਦੇ ਨੇ, ਏ ਸੈਕਸ਼ੁਅਲੀ ਵੀ ਅਤੇ ਸੈਕਸ਼ੁਅਲੀ। ਸੈਕਸ਼ੁਅਲੀ ਰੀਪਰੋਡਿਊਸ ਕਰਦੇ ਨੇ, ਉਹਦੇ ਵਿੱਚ 2 ਸਟੈਪਸ ਹੁੰਦੇ ਨੇ, ਸੈਲ ਫਿਊਜ਼ਨ ਅਤੇ ਜ਼ਾਈਗੋਟ ਫਾਰਮੇਸ਼ਨ। ਜਿਹੜੇ ਮੈਂਬਰਸ ਹੁੰਦੇ ਨੇ ਕਿੰਗਡਮ ਫੰਜਾਈ ਦੇ ਬਹੁਤ ਜ਼ਿਆਦਾ ਡਾਇਵਰਸਿਟੀ ਸ਼ੋ ਕਰਦੇ ਨੇ ਆਪਦੇ ਸਟਰਕਚਰ ਅਤੇ ਹੈਬੀਟੇਟ ਦੇ ਵਿੱਚ, ਠੀਕ ਹੈ। ਕਾਹਦੇ ਵਿੱਚ ਡਾਇਵਰਸਿਟੀ ਸ਼ੋ ਕਰਦੇ ਨੇ, ਸਟਰਕਚਰ ਅਤੇ ਹੈਬੀਟੇਟ ਦੇ ਵਿੱਚ। ਪਰ ਜਿਹੜੀ ਉਹਨਾਂ ਦੀ ਕਲਾਸੀਫਿਕੇਸ਼ਨ ਆ ਹੈ ਨਾ ਕਿੰਗਡਮ ਫੰਜਾਈ ਦੀ ਵੇਰੀਅਸ ਕਲਾਸਿਸ ਦੇ ਵਿੱਚ, ਫਾਈਲਮ ਦੇ ਵਿੱਚ, ਵੇਰੀਅਸ ਕਲਾਸਿਸ ਦੇ ਵਿੱਚ, ਉਹ ਕਿਹਦੇ ਬੇਸਿਸ 'ਤੇ ਕੀਤੀ ਜਾਂਦੀ, ਮੋਰਫੋਲੋਜੀ ਆਫ ਮਾਈਸੀਲੀਅਮ, ਮੋਡ ਆਫ ਸਪੋਰ ਫਾਰਮੇਸ਼ਨ ਅਤੇ ਫਲੂਟਿੰਗ ਬੋਡੀਜ਼ ਦੇ ਬੇਸਿਸ ਦੇ ਉੱਪਰ ਕੀਤੀ ਜਾਂਦੀ ਹੈ। ਜਿਹੜੇ ਜ਼ਿਆਦਾਤਰ ਫੰਜਾਈ ਹੁੰਦੇ ਨੇ ਉਹ ਸੈਪਰੋਫਾਈਟਿਕ ਹੁੰਦੇ ਨੇ, ਮਤਲਬ ਉਹ ਡੈਡ ਆਰਗੈਨਿਜ਼ਮਸ ਦੇ ਉੱਪਰ ਫੀਡ ਕਰਦੇ ਨੇ ਅਤੇ ਉਹਨਾਂ ਦਾ ਮਤਲਬ ਮੋਡ ਆਫ ਨਿਊਟ੍ਰੀਸ਼ਨ ਵਿੱਚ ਸੈਪਰੋਫਾਈਟਿਕ ਹੁੰਦੇ ਨੇ। ਇਹ ਏ ਸੈਕਸ਼ੁਅਲ ਅਤੇ ਸੈਕਸ਼ੁਅਲ ਰਿਪਰੋਡਕਸ਼ਨ ਦੋਨੋਂ ਹੀ ਸ਼ੋ ਕਰਦੇ ਨੇ। ਫਾਈਕੋਮਾਈਸੀਟਸ, ਐਸਕੋਮਾਈਸੀਟਸ, ਬੈਸੀਡੀਓਮਾਈਸੀਟਸ ਅਤੇ ਡਿਊਟੇਰੋਮਾਈਸੀਟਸ 4 ਕਲਾਸਿਸ ਨੇ ਇਸ ਕਿੰਗਡਮ ਦੇ ਅੰਡਰ। ਜਿਹੜੇ ਪਲਾਂਟੇ ਹੁੰਦੇ ਨੇ ਉਹਨਾਂ ਦੇ ਵਿੱਚ ਕੀ ਹੁੰਦੇ ਨੇ, ਸਾਰੇ ਯੂਕੈਰੀਓਟਿਕ ਕਲੋਰੋਫਿਲ ਕੰਟੇਨਿੰਗ ਆਰਗੈਨਿਜ਼ਮਸ ਆਉਂਦੇ ਨੇ। ਐਲਗੇ, ਬ੍ਰਾਇਓਫਾਈਟਸ, ਟੈਰੀਡੋਫਾਈਟਸ, ਜਿਮਨੋਸਪਰਮਸ ਅਤੇ ਐਂਜੋਸਪਰਮਸ ਆਪਾਂ ਪਲਾਂਟਸ ਦੇ ਅੰਦਰ ਪੜ੍ਹਦੇ ਹਾਂ। ਅਤੇ ਇਹਨਾਂ ਦੇ ਲਾਈਫ ਸਾਈਕਲ ਦੇ ਵਿੱਚ 2 ਜਨਰੇਸ਼ਨ ਹੁੰਦੀਆਂ ਨੇ, ਕੈਮੇਟੋਫਾਈਟਿਕ ਅਤੇ ਸਪੋਰੋਫਾਈਟਿਕ, ਜਿਹੜੇ ਇੱਕ ਦੂਸਰੇ ਨਾਲ ਐਲਟਰਨੇਟ ਕਰਦੀਆਂ ਰਹਿੰਦੀਆਂ ਨੇ। ਇਸ ਕਰਕੇ ਜਿਹੜੇ ਪਲਾਂਟਸ ਨੇ ਉਹ ਐਲਟਰਨੇਸ਼ਨ ਆਫ ਜਨਰੇਸ਼ਨ ਸ਼ੋ ਕਰਦੇ ਨੇ। ਜਿਹੜੇ ਹੈਟਰੋਟ੍ਰੋਫਿਕ ਯੂਕੈਰੀਓਟਿਕ ਮਲਟੀਸੈਲੂਲਰ ਆਰਗੈਨਿਜ਼ਮਸ ਹੁੰਦੇ ਨੇ, ਠੀਕ ਹੈ, ਜਿਨ੍ਹਾਂ ਦੀ ਸੈਲ ਵਾਲ ਨਹੀਂ ਹੁੰਦੀ, ਠੀਕ ਹੈ। ਹੈਟਰੋਟ੍ਰੋਫਿਕ ਆਰਗੈਨਿਜ਼ਮ ਨੇ, ਯੂਕੈਰੀਓਟਿਕ ਨੇ, ਮਲਟੀਸੈਲੂਲਰ ਨੇ, ਜਿਨ੍ਹਾਂ ਦੇ ਸੈਲ ਵਾਲ ਨਹੀਂ ਹੁੰਦੀ, ਉਹ ਸਾਰੇ ਕਿੰਗਡਮ ਐਨੀਮੀਲੀਆ ਦੇ ਵਿੱਚ ਆਉਂਦੇ ਨੇ। ਅਤੇ ਇਹ ਦ ਮੋਡ ਆਫ ਵਟ ਇਜ਼ ਦਿਸ ਨਵੀਂ ਐਡੀਸ਼ਨ ਦੇ ਵਿੱਚ ਕੁਝ ਨਾ ਕੁਝ ਇੱਥੇ ਉਹ ਆ ਮਿਸਪ੍ਰਿੰਟ ਆ। ਵੈਸੇ ਪੁਰਾਣੀ ਐਡੀਸ਼ਨ ਦੇ ਵਿੱਚ ਇੱਥੇ ਲਿਖਿਆ ਹੋਇਆ ਸੀ ਦੈਟ ਦ ਮੋਡ ਆਫ ਨਿਊਟ੍ਰੀਸ਼ਨ ਇਨ ਥੀਸ ਆਰਗੈਨਿਜ਼ਮਸ ਇਜ਼ ਹੋਲੋਜ਼ੋਇਕ, ਠੀਕ ਹੈ। ਜਿਹੜੇ ਐਨੀਮੀਲੀਆ ਦੇ ਵਿੱਚ ਆਪਾਂ ਆਰਗੈਨਿਜ਼ਮਸ ਕਾਊਂਟ ਕਰਦੇ ਉਹਨਾਂ ਦਾ ਮੋਡ ਆਫ ਨਿਊਟ੍ਰੀਸ਼ਨ ਹੋਲੋਜ਼ੋਇਕ ਹੁੰਦਾ, ਮਤਲਬ ਉਹ ਆਪਦੀ ਫੂਡ ਨੂੰ ਇੰਜੈਸਟ ਕਰਦੇ ਨੇ। ਅਤੇ ਮੋਸਟਲੀ ਇਹ ਸੈਕਸ਼ੁਅਲ ਮੋਡ ਆਫ ਰੀਪਰੋਡਕਸ਼ਨ ਜੋ ਕਰਦੇ ਨੇ। ਕੁਝ ਏ ਸੈਲੂਲਰ ਆਰਗੈਨਿਜ਼ਮਸ ਹੋ ਗਏ ਜਿੱਦਾਂ ਕਿ ਵਾਇਰਸ, ਵਿਰੀਓਡਸ, ਪ੍ਰਾਈਮਸ, ਲਾਈਕਨਸ ਹੋ ਗਏ, ਹੈ ਨਾ। ਇਹ ਇਸ 5 ਕਿੰਗਡਮ ਕਲਾਸੀਫਿਕੇਸ਼ਨ ਦੇ ਵਿੱਚ ਨਹੀਂ, ਇਹਨਾਂ ਨੂੰ ਕੋਈ ਜਗ੍ਹਾ ਦਿੱਤੀ ਗਈ, ਇਹ ਇਸ 5 ਕਿੰਗਡਮ ਕਲਾਸੀਫਿਕੇਸ਼ਨ ਦੇ ਵਿੱਚ ਕਾਊਂਟ ਨਹੀਂ ਕੀਤੇ ਗਏ। ਨਾ ਹੁਣ ਆਪਾਂ ਇਹਨੂੰ ਕੁਇਕਲੀ ਰਿਵਾਈਜ਼ ਕਰ ਲੈਂਦੇ ਹਾਂ ਸਾਰੇ ਵਾਇਰਸ, ਵਿਰੀਓਡਸ, ਪ੍ਰਾਈਮਸ ਅਤੇ ਲਾਈਕਨਸ ਨੂੰ। ਕਈ ਵਾਰੀ ਬਿਲਕੁਲ ਹੈਂਗ ਕਿਉਂ ਹੋ ਜਾਂਦਾ ਵਾ, ਓਕੇ। ਵਾਇਰਸ, ਵਿਰੀਓਡਸ, ਪ੍ਰਾਈਮਸ ਅਤੇ ਲਾਈਕਨਸ, ਠੀਕ ਹੈ। 5 ਕਿੰਗਡਮ ਕਲਾਸੀਫਿਕੇਸ਼ਨ ਜਿਹੜੀ ਵਿਟੇਕਰ ਦੇ ਦੁਆਰਾ ਦਿੱਤੀ ਗਈ ਸੀ ਉਹਦੇ ਵਿੱਚ ਕਈ ਸਾਰੇ ਜਿਹੜੇ ਏ ਸੈਲੂਲਰ ਆਰਗੈਨਿਜ਼ਮ ਸੀਗੇ ਉਹਨਾਂ ਦਾ ਕੋਈ ਨਾਮੋ ਨਿਸ਼ਾਨ ਸੀਗਾ, ਜਿੱਦਾਂ ਕਿ ਨਾਮੋ ਨਿਸ਼ਾਨ ਨਹੀਂ ਸੀਗਾ, ਜਿੱਦਾਂ ਕਿ ਵਾਇਰਸ, ਵਿਰੀਓਡਸ ਅਤੇ ਪ੍ਰਾਈਮਸ ਹੋਈ, ਠੀਕ ਹੈ। ਇਹਨਾਂ ਨੂੰ ਆਪਾਂ ਬਰੀਫਲੀ ਇੱਥੇ ਇੰਟਰੋਡਿਊਸ ਕੀਤਾ ਗਿਆ। ਸਾਰੇ ਆਪਾਂ ਨੇ ਕੀ ਆ ਕਾਮਨ ਕੋਲਸ ਦੇਖੇ ਹੋਗਾ, ਅਤੇ ਉੱਥੋਂ ਆਪਾਂ ਨੂੰ ਵਾਇਰਸ ਦੇ ਇੰਪੈਕਟ ਬਾਰੇ ਪਤਾ ਹੀ ਹੋਣਾ, ਠੀਕ ਹੈ। ਅਤੇ ਵਾਇਰਸ ਜਿਹੜਾ ਹੈ ਉਹਨਾਂ ਨੂੰ ਕਲਾਸੀਫਿਕੇਸ਼ਨ ਦੇ ਵਿੱਚ ਕੋਈ ਵੀ ਜਗ੍ਹਾ ਨਹੀਂ ਹੁੰਦੀ, ਕਿਉਂਕਿ ਟਰੂਲੀ ਲਿਵਿੰਗ ਨਹੀਂ ਹੈਗੀ। ਲਿਵਿੰਗ ਹੁੰਦੀ ਹੈ ਜਿਹਦੇ ਕੋਲ ਸੈਲ ਸਟਰਕਚਰ ਹੁੰਦੇ, ਅਤੇ ਵਾਇਰਸ ਕੋਲ ਸੈਲ ਸਟਰਕਚਰ ਨਹੀਂ ਹੁੰਦਾ, ਇਸ ਕਰਕੇ ਟਰੂਲੀ ਲਿਵਿੰਗ ਨਹੀਂ ਹੁੰਦੇ। ਜਿਹੜੇ ਵਾਇਰਸ ਹੁੰਦੇ ਨੇ ਨੋਨ ਸੈਲੂਲਰ ਆਰਗੈਨਿਜ਼ਮਸ ਹੁੰਦੇ ਨੇ, ਜਿਨ੍ਹਾਂ ਦਾ ਇੱਕ ਇਨਰਟ ਕ੍ਰਿਸਟਲਾਈਨ ਸਟਰਕਚਰ ਹੁੰਦਾ ਗਾ ਲਿਵਿੰਗ ਸੈੱਲ ਦੇ ਬਾਹਰ ਤਾਂ ਇਹਨਾਂ ਦਾ ਇੱਕ ਇਨਰਟ ਕ੍ਰਿਸਟਲਾਈਨ ਸਟਰਕਚਰ ਹੁੰਦਾ ਗਾ, ਠੀਕ ਹੈ। ਬਟ ਜਦੋਂ ਇਹ ਕਿਸੇ ਸੈੱਲ ਨੂੰ ਇਨਫੈਕਟ ਕਰਦੇ ਨੇ ਤਾਂ ਜਿਹੜਾ ਉਹ ਸੈੱਲ ਆ ਉਹ ਇਹਨਾਂ ਦੀ ਮਸ਼ੀਨਰੀ ਦੇ ਉੱਪਰ ਟੇਕ ਓਵਰ ਕਰ ਲੈਂਦਾ ਅਤੇ ਹੋਸਟ ਸੈੱਲ ਦੇ ਵਿੱਚ ਆਪਦੇ ਆਪ ਨੂੰ ਰੈਪਲੀਕੇਟ ਕਰਦਾ, ਜਿਸ ਨਾਲ ਇਹ ਹੋਸਟ ਨੂੰ ਕਿਲ ਕਰ ਦਿੰਦਾ ਗਾ। ਜਿਹੜੇ ਵਾਇਰਸ ਦਾ ਮਤਲਬ, ਵਾਇਰਸ ਦਾ ਵਰਡ ਮੀਨਿੰਗ ਕੀ ਆ, ਵੈਨਮ ਜਾਂ ਫਿਰ ਪੋਇਜ਼ਨਸ ਫਲੂਇਡ। ਡਿਮਿਤਰੀ ਵੈਨਮਸਕੀ ਨੇ 1892 ਦੇ ਵਿੱਚ ਕੁਝ ਮਾਈਕਰੋਬਸ ਨੂੰ ਡਿਸਕਵਰ ਕੀਤਾ ਸੀ ਜਿਹੜੇ ਕਿ ਮੋਜ਼ੈਕ ਡਿਸੀਜ਼ ਕਾਜ਼ ਕਰਦੇ ਸੀ ਕਿ ਟੋਬੈਕੋ ਦੇ ਵਿੱਚ, ਅਤੇ ਉਹਨੇ ਇਹ ਦੇਖਿਆ ਸੀਗਾ ਕਿ ਇਹ ਕੀ ਹੈ ਬੈਕਟੀਰੀਆ ਨਾਲ ਛੋਟੇ ਨੇ, ਕਿਉਂਕਿ ਇਹ ਬੈਕਟੀਰੀਆ ਪ੍ਰੂਫ ਫਿਲਟਰਸ ਦੇ ਵਿੱਚੋਂ ਪਾਸ ਹੋ ਗਏ ਸੀਗੇ। ਉਹਦੇ ਬਾਅਦ MW ਵਜਰਨਿਕ ਨੇ
1898 ਦੇ ਵਿੱਚ। ਸਭ ਤੋਂ ਪਹਿਲਾਂ ਦਮਿਤਰੀ ਇਵਾਨੋਵਸਕੀ ਆਏ 1892 ਦੇ ਵਿੱਚ, ਦੈਨ ਐਮ.ਡਬਲਿਊ. ਬਚਰਨਿਕ ਇਨ 1898, ਦੈਨ ਡਬਲਿਊ.ਐਮ. ਸਟੈਨਲੀ 1935। ਠੀਕ ਹੈ। ਐਮ.ਡਬਲਿਊ. ਬਚਰਨਿਕ ਨੇ 1898 ਦੇ ਵਿੱਚ ਡੈਮੋਨਸਟ੍ਰੇਟ ਕੀਤਾ ਸੀ ਕਿ ਇਨਫੈਕਟਡ ਪਲਾਂਟ ਦਾ ਜਿਹੜਾ ਐਕਸਟ੍ਰੈਕਟ ਸੀਗਾ ਉਹ ਇਨਫੈਕਸ਼ਨ ਕਾਜ਼ ਕਰਦਾ ਸੀ ਹੈਲਦੀ ਪਲਾਂਟਸ ਦੇ ਵਿੱਚ। ਠੀਕ ਹੈ। ਅਤੇ ਉੱਥੇ ਇਹਨੇ ਨਾਮ ਦਿੱਤਾ ਸੀਗਾ, ਨਾਮ ਕਿਹਨੇ ਦਿੱਤਾ ਸੀ, ਨਾਮਕਰਨ ਕਿਹਨੇ ਕੀਤਾ ਸੀ ਵਾਇਰਸ ਦਾ, ਐਮ.ਡਬਲਿਊ. ਬਚਰਨਿਕ ਦੇ ਵਿੱਚ। ਕਦੋਂ ਕੀਤਾ ਸੀ, 1898 ਦੇ ਵਿੱਚ। ਓਕੇ। ਜੇ ਸਭ ਤੋਂ ਪਹਿਲਾਂ ਵਾਇਰਸ ਡਿਸਕਵਰ ਕਿਹਨੇ ਕੀਤਾ ਸੀ, ਠੀਕ ਹੈ, ਐਜ਼ ਮਾਈਕਰੋ। ਠੀਕ ਹੈ, ਜਦੋਂ ਕਿ ਮੋਜ਼ੈਕ ਡਿਸੀਜ਼ ਆਫ ਟੋਬੈਕੋ ਕੋਜ਼ ਕਰਦਾ ਸੀ ਦਮਿਤਰੀ ਇਵਾਨੋਵਸਕੀ ਨੇ। ਕਦੋਂ ਕੀਤਾ ਸੀ, 1892 ਦੇ ਵਿੱਚ। ਅਤੇ ਵਾਇਰਸ ਦੇ ਸਟਰਕਚਰ ਨੂੰ ਹੋਰ ਵਿਸਤਾਰ ਦੇ ਨਾਲ ਕਿਹਨੇ ਸਮਝਿਆ ਸੀ, ਜਾਣਿਆ ਸੀਗਾ, ਉਹ ਕੀਤਾ ਸੀਗਾ ਡਬਲਿਊ.ਐਮ. ਸਟੈਨਲੀ ਨੇ। ਕਦੋਂ ਕੀਤਾ ਸੀ, 1935 ਦੇ ਵਿੱਚ। ਠੀਕ ਹੈ। ਉਹਨੇ ਦੇਖਿਆ ਸੀਗਾ ਕਿ ਇਹਨਾਂ ਦਾ ਇੱਕ ਇਨਰਟ ਕ੍ਰਿਸਟਲਾਈਨ ਸਟਰਕਚਰ ਹੁੰਦਾ। ਅਤੇ ਐਮ.ਡਬਲਿਊ. ਬਚਰਨਿਕ ਨੇ ਇਹਨਾਂ ਇਨਫੈਕਸ਼ੀਅਸ ਏਜੰਟਸ ਨੂੰ ਵਾਇਰਸ ਨਾਮ ਦਿੱਤਾ ਸੀਗਾ। ਅਤੇ ਜਿਹੜਾ ਫਲੂਇਡ ਸੀ ਉਹਨੂੰ ਪੋਟੈਸ਼ੀਅਮ ਵਾਈਬਮ ਫਲੂਇਡਮ ਕਿਹਾ ਸੀਗਾ। ਮਤਲਬ ਉਹ ਫਲੂਇਡ ਜਿਹੜਾ ਕਿ ਇਨਫੈਕਸ਼ਨ ਕਾਜ਼ ਕਰਦਾ, ਇਨਫੈਕਸ਼ੀਅਸ ਲਿਵਿੰਗ ਫਲੂਇਡ, ਮਤਲਬ ਲਿਵਿੰਗ ਵੀ ਆ ਅਤੇ ਇਨਫੈਕਸ਼ੀਅਸ ਵੀ ਆ। ਜਦੋਂ ਬਾਅਦ ਡਬਲਿਊ.ਐਮ. ਸਟੈਨਲੀ 1935 ਦੇ ਵਿੱਚ ਸ਼ੋ ਕੀਤਾ ਸੀਗਾ ਕਿ ਜਿਹੜੇ ਵਾਇਰਸ ਨੇ ਉਹਨਾਂ ਨੂੰ ਉਹ ਕੀ ਹੁੰਦੇ ਨੇ, ਉਹਨਾਂ ਨੂੰ ਆਪਾਂ ਕ੍ਰਿਸਟਲਾਈਜ਼ ਕਰ ਸਕਦੇ ਹਾਂ। ਅਤੇ ਉਹਨਾਂ ਦੇ ਜਿਹੜੇ ਕ੍ਰਿਸਟਲ ਹੁੰਦੇ ਨੇ ਉਹਨਾਂ ਦੇ ਵਿੱਚ ਲਾਰਜਲੀ ਪ੍ਰੋਟੀਨਸ ਹੁੰਦੇ ਨੇ। ਇਹ ਕੀ ਆ, ਹੋਸਟ ਸੈੱਲ ਤੋਂ ਬਾਹਰ ਕੀ ਹੁੰਦੇ ਨੇ, ਇਨਰਟ ਹੁੰਦੇ ਨੇ। ਅਤੇ ਵਾਇਰਸ ਜਿਹੜੇ ਨੇ ਓਬਲੀਗੇਟ ਪੈਰਾਸਾਈਟਸ ਨੇ, ਕਿਉਂਕਿ ਹੋਸਟ ਸੈੱਲ ਤੋਂ ਬਾਹਰ ਤਾਂ ਇਨਰਟ ਹੁੰਦੇ ਨੇ ਅਤੇ ਉਹਨਾਂ ਨੂੰ ਕੀ ਆ, ਕੋਈ ਨਾ ਕੋਈ ਆਰਗੈਨਿਜ਼ਮ ਤਾਂ ਚਾਹੀਦਾ ਹੋਊਗਾ ਆਪਣੇ ਉਹਨਾਂ ਮਤਲਬ ਰਹਿਣ ਦੇ ਲਈ, ਰਾਈਟ। ਹੁਣ ਆਹ ਟੋਬੈਕੋ ਮੋਜ਼ੈਕ ਵਾਇਰਸ ਆ। ਟੋਬੈਕੋ ਮੋਜ਼ੈਕ ਵਾਇਰਸ ਮੋਜ਼ੈਕ ਡਿਸੀਜ਼ ਕਾਜ਼ ਕਰਦਾ ਟੋਬੈਕੋ ਦੇ ਵਿੱਚ। ਇਹ ਕੀ ਹੁੰਦਾ ਗਾ, ਸਿੰਗਲ ਸਟੈਂਡਰਡ RNA ਵਾਇਰਸ ਹੁੰਦਾ। ਇਹ ਪੂਰਾ ਇਹਦਾ ਕੋਟ ਹੈ ਕੈਪਸਿਡ, ਅਤੇ ਇਹ ਸਮੋਲਰ ਸਬ ਯੂਨਿਟਸ ਕੈਪਸੋਮੀਅਰਸ ਨੇ। ਠੀਕ ਹੈ, ਜਿਹੜੇ ਕਿ ਇਹਦੇ ਜੈਨੇਟਿਕ ਮਟੀਰੀਅਲ RNA ਨੂੰ ਕਵਰ ਕਰਦੇ ਨੇ। ਇਹ ਬੈਕਟੀਰੀਓਫੇਜ ਆ। ਬੈਕਟੀਰੀਓਫੇਜਸ ਕੀ ਹੁੰਦੇ ਨੇ, ਡਬਲ ਸਟੈਂਡਰਡ DNA ਵਾਇਰਸਿਸ ਹੁੰਦੇ ਨੇ। ਠੀਕ ਆ। ਐਂਡ ਇਹਦਾ ਹੈਡ ਆ, ਪੋਲੀਹੈਡਰਲ ਫਾਰਮ ਹੁੰਦਾ ਹੈ। ਅਤੇ ਇਹਦਾ ਕੋਲਰ ਆ, ਅਤੇ ਇਹ ਸ਼ੀਥ ਆ ਇਹਦੀ, ਐਂਡ ਦੀਜ਼ ਆਰ ਦਾ ਟੇਲ ਫਾਈਬਰਸ, ਜਿਹੜਾ ਕਿ ਇਹ ਮੱਕੜੀ ਵਾਂਗੂ ਲੱਗਦਾ ਦੇਖਣ ਨੂੰ। ਅਤੇ ਪ੍ਰੋਟੀਨਸ ਤੋਂ ਇਲਾਵਾ ਵਾਇਰਸ ਦੇ ਕੋਲ ਜੈਨੇਟਿਕ ਮਟੀਰੀਅਲ ਵੀ ਹੁੰਦਾ। ਜਿਹੜਾ ਜੈਨੇਟਿਕ ਮਟੀਰੀਅਲ ਉਹ ਕਿ RNA ਵੀ ਹੋ ਸਕਦਾ, DNA ਵੀ ਹੋ ਸਕਦਾ ਗਾ। ਐਂਡ ਜਿਹੜੇ ਵਾਇਰਸਿਸ ਹੁੰਦੇ ਨੇ ਉਹ ਕਿਸੇ ਵੀ ਇੱਕ ਵਾਇਰਸ ਦੇ ਵਿੱਚ ਦੋਨੋਂ RNA ਅਤੇ DNA ਨਹੀਂ ਹੋਣਗੇ। ਠੀਕ ਹੈ, ਜਾਂ RNA ਹੋਗਾ ਜਾਂ DNA ਹੋਗਾ। ਇੱਕ ਵਾਇਰਸ ਜਿਹੜਾ ਹੁੰਦਾ ਨਿਊਕਲੀਅਰ ਪ੍ਰੋਟੀਨ, ਮਤਲਬ ਉਹਦੇ ਵਿੱਚ ਨਿਊਕਲਿਕ ਐਸਿਡ ਪਲੱਸ ਪ੍ਰੋਟੀਨ ਪ੍ਰੈਜ਼ੈਂਟ ਹੁੰਦਾ ਗਾ। ਅਤੇ ਜਿਹੜਾ ਜੈਨੇਟਿਕ ਮਟੀਰੀਅਲ ਹੁੰਦਾ ਨਾ ਤਾਂ ਉਹ ਕੀ ਹੁੰਦਾ ਹੈ, ਇਨਫੈਕਸ਼ੀਅਸ ਹੁੰਦਾ, ਇਨਫੈਕਸ਼ਨ ਕਾਜ਼ ਕਰਦਾ। ਜਿਹੜੇ ਵਾਇਰਸਿਸ ਨੇ, ਠੀਕ ਹੈ, ਜਿਹੜੇ ਪਲਾਂਟਸ ਨੂੰ ਇਨਫੈਕਟ ਕਰਦੇ ਨੇ, ਠੀਕ ਹੈ, ਉਹ ਜ਼ਿਆਦਾਤਰ ਵਾਇਰਸਿਸ ਸਿੰਗਲ ਸਟੈਂਡਰਡ ਹੁੰਦੇ ਨੇ, ਸਿੰਗਲ ਸਟੈਂਡਰਡ RNA ਵਾਇਰਸਿਸ ਹੁੰਦੇ ਨੇ। ਵਾਇਰਸਿਸ ਜਿਹੜੇ ਪਲਾਂਟਸ ਨੂੰ ਇਨਫੈਕਟ ਕਰਦੇ ਨੇ ਉਹ ਕੀ ਸਿੰਗਲ ਸਟੈਂਡਰਡ RNA ਵਾਇਰਸਿਸ ਹੁੰਦੇ ਨੇ। ਅਤੇ ਜਿਹੜੇ ਵਾਇਰਸਿਸ ਐਨੀਮਲਸ ਨੂੰ ਇਨਫੈਕਟ ਕਰਦੇ ਨੇ ਉਹ ਕੀ ਹੈ, ਜਾਂ ਤਾਂ ਸਿੰਗਲ ਸਟੈਂਡਰਡ RNA ਵਾਇਰਸਿਸ ਹੁੰਦੇ ਨੇ, ਜਾਂ ਡਬਲ ਸਟੈਂਡਰਡ RNA ਵਾਇਰਸਿਸ ਹੁੰਦੇ ਨੇ, ਜਾਂ ਡਬਲ ਸਟੈਂਡਰਡ DNA ਵਾਇਰਸਿਸ ਹੁੰਦੇ ਨੇ। ਮਤਲਬ ਐਨੀਮਲਸ ਨੂੰ ਸਾਰੇ ਤਰ੍ਹਾਂ ਦੇ ਵਾਇਰਸਿਸ ਇਨਫੈਕਟ ਕਰ ਸਕਦੇ ਨੇ। ਬਟ ਜਿਹੜੀਆਂ ਬੈਕਟੀਰੀਅਲ ਵਾਇਰਸਿਸ ਹੁੰਦੇ ਨੇ ਜਾਂ ਬੈਕਟੀਰੀਓਫੇਜਸ ਹੁੰਦੇ ਨੇ, ਮਤਲਬ ਜਿਹੜੇ ਕਿ ਬੈਕਟੀਰੀਆ ਦੇ ਵਿੱਚ ਇਨਫੈਕਸ਼ਨ ਕਾਜ਼ ਕਰਦੇ ਨੇ, ਉਹ ਡਬਲ ਸਟੈਂਡਰਡ DNA ਵਾਇਰਸਿਸ ਹੁੰਦੇ ਨੇ। ਜਿਹੜਾ ਪ੍ਰੋਟੀਨ ਕੋਟ ਹੁੰਦਾ ਉਹਨੂੰ ਕੈਪਸਿਡ ਕਿਹਾ ਜਾਂਦਾ, ਅਤੇ ਜਿਹੜਾ ਪ੍ਰੋਟੀਨ ਕੋਡ ਆ ਸਮੋਲ ਸਬ ਯੂਨਿਟਸ ਦਾ ਬਣਿਆ ਹੁੰਦਾ ਜਿਹਨੂੰ ਕੈਪਸੋਮੀਅਰਸ ਕਿਹਾ ਜਾਂਦਾ। ਅਤੇ ਕੀ ਆ, ਨਿਊਕਲਿਕ ਐਸਿਡ ਨੂੰ ਪ੍ਰੋਟੈਕਟ ਕਰਦਾ ਕੰਮ। ਜਿਹੜੇ ਕੈਪਸੋਮੀਅਰਸ ਹੁੰਦੇ ਨੇ ਹੈਲੀਕਲ ਫਾਰਮ ਦੇ ਵਿੱਚ, ਜਿੱਦਾਂ ਆਪਾਂ ਦੇਖਿਆ ਟੋਬੈਕੋ ਮੋਜ਼ੈਕ ਵਾਇਰਸ ਦੇ ਵਿੱਚ, ਅਤੇ ਪੋਲੀਹੈਡਰਲ ਫਾਰਮ ਦੇ ਵਿੱਚ ਜਿੱਦਾਂ ਆਪਾਂ ਦੇਖਿਆ ਬੈਕਟੀਰੀਓਫੇਜ ਦੇ ਵਿੱਚ। ਕੈਪਸੋਮੀਅਰਸ ਆਪਦੇ ਆਪਣੇ ਹੈਲੀਕਲ ਜਾਂ ਪੋਲੀਹੈਡਰਲ ਫਾਰਮਸ ਦੇ ਵਿੱਚ, ਜਿਓਮੈਟ੍ਰਿਕ ਫਾਰਮਸ ਦੇ ਵਿੱਚ ਅਰੇਂਜ ਕਰ ਲੈਂਦੇ ਨੇ। ਵਾਇਰਸਿਸ ਕਈ ਡਿਸੀਜ਼ਸ ਕਾਜ਼ ਕਰਦੇ ਨੇ, ਜਿੱਦਾਂ ਕਿ ਮਮਸ ਹੋ ਗਿਆ, ਸਮਾਲ ਪੌਕਸ ਹੋ ਗਿਆ, ਹਰਪਸ ਹੋ ਗਿਆ, ਅਤੇ ਇਨਫਲੂਐਂਜ਼ਾ ਹੋ ਗਿਆ। ਅਤੇ ਏਡਸ ਜਿਹੜਾ ਕਿ ਸੈਕਸ਼ੁਅਲੀ ਟ੍ਰਾਂਸਮਿਟਡ ਡਿਸੀਜ਼ ਆ, ਇਹ ਵੀ ਵਾਇਰਸ ਦੇ ਦੁਆਰਾ ਹੀ ਕਾਜ਼ ਕੀਤਾ ਜਾਂਦਾ। ਸਮਾਲ ਪੌਕਸ ਕੌਣ ਕਰਦਾ, ਸਮਾਲ ਪੌਕਸ ਇਜ਼ ਕਾਜ਼ਡ ਬਾਈ ਡਬਲ ਸਟੈਂਡਰਡ DNA ਵਾਇਰਸ, ਅਤੇ ਉਸ ਵਾਇਰਸ ਦਾ ਨਾਮ ਕੀ ਆ, ਪੌਕਸ ਵਾਇਰਸ। ਜਿਹੜਾ ਹਰਪਸ ਆ, ਹਰਪਸ ਕੌਣ ਕਾਜ਼ ਕਰਦਾ, ਠੀਕ ਆ, ਉਹ ਕਾਜ਼ ਕੀਤਾ ਜਾਂਦਾ ਗਾ ਡਬਲ ਸਟੈਂਡਰਡ DNA ਵਾਇਰਸ ਦੇ ਦੁਆਰਾ। ਠੀਕ ਹੈ। ਅਤੇ ਇਨਫਲੂਐਂਜ਼ਾ ਵੀ ਕੰਜਕਟਿਵਿਟੀ ਦਾ ਹੀ ਉਹ ਹੈ ਨਾ, ਹੈ ਨਾ। ਇਨਫਲੂਐਂਜ਼ਾ ਕੰਜਕਟਿਵਿਟੀ ਤਾਂ ਹੁੰਦੀ ਆ, ਆਈਜ਼ ਦੇ ਵਿੱਚ ਇਨਫੈਕਸ਼ਨ ਹੋ ਜਾਂਦਾ, ਹੈ ਨਾ, ਕਾਫੀ ਜ਼ਿਆਦਾ ਫਲੂਇਡ ਨਿਕਲਣ ਲੱਗ ਜਾਂਦਾ, ਉਹ ਵੀ ਵਾਇਰਲ ਇਨਫੈਕਸ਼ਨ ਹੁੰਦਾ। ਅਤੇ ਉਹ ਜਿਹੜਾ ਵਾਇਰਸ ਕਾਜ਼ ਕਰਦਾ ਨਾ ਕੰਜਕਟਿਵਿਟੀ, ਉਹ ਵੀ ਡਬਲ ਸਟੈਂਡਰਡ DNA ਵਾਇਰਸ ਹੁੰਦਾ। ਅਤੇ ਇਨਫਲੂਐਂਜ਼ਾ ਕਾਜ਼ ਕਰਨ ਵਾਲਾ ਵਾਇਰਸ ਵੀ ਡਬਲ ਸਟੈਂਡਰਡ DNA ਵਾਇਰਸ ਹੁੰਦਾ ਗਾ। ਏਡਸ ਜੀ ਆ, ਉਹ ਕਿਹਦੇ ਦੁਆਰਾ ਕਾਜ਼ ਕੀਤਾ ਜਾਂਦਾ, HIV ਵਾਇਰਸ ਦੁਆਰਾ ਕਾਜ਼ ਕੀਤਾ ਜਾਂਦਾ। ਅਤੇ HIV ਵਾਇਰਸ ਸਿੰਗਲ ਸਟੈਂਡਰਡ RNA ਵਾਇਰਸ ਹੁੰਦਾ ਗਾ। ਅਤੇ ਪਲਾਂਟਸ ਦੇ ਵਿੱਚ ਜਿਹੜੇ ਸਿੰਪਟਮਸ ਨੇ ਦੇਖਣ ਨੂੰ ਮਿਲਦੇ ਨੇ ਉਹ ਕਿਹਨੇ, ਮੋਜ਼ੈਕ ਫਾਰਮੇਸ਼ਨ, ਲੀਫ ਰੋਲਿੰਗ, ਕਰਲਿੰਗ, ਅਤੇ ਯੈਲੋਇੰਗ, ਵਿੰਗ ਕਲੀਅਰਿੰਗ, ਅਤੇ ਡਵਾਰਫਿੰਗ ਅਤੇ ਸਟੈਂਡਰਡ ਗਰੋਥ। ਵਿਰੀਓਡਸ ਕਿਸੇ 1971 ਦੇ ਵਿੱਚ ਰਾਈਨਰ ਨੇ ਡਿਸਕਵਰ ਕੀਤਾ ਸੀਗਾ ਵਿਰੀਓਡਸ ਐਜ਼ ਅ ਨਿਊ ਇਨਫੈਕਸ਼ੀਅਸ ਏਜੰਟ, ਜਿਹੜੇ ਕਿ ਵਾਇਰਸਿਸ ਨਾਲੋਂ ਛੋਟੇ ਸੀਗੇ, ਅਤੇ ਇਹ ਪੋਟੈਟੋਸਪਿੰਡਲ ਟਿਊਬਰ ਡਿਸੀਜ਼ ਕਾਜ਼ ਕਰਦੇ ਸੀਗੇ। ਅਤੇ ਇਹ ਕੀ ਸੀ, ਫ੍ਰੀ RNA ਸੀਗੇ, ਮਤਲਬ ਇਹਨਾਂ ਕੋਲ ਪ੍ਰੋਟੀਨ ਕੋਡ ਨਹੀਂ ਸੀਗਾ ਜਿਹੜਾ ਕਿ ਆਪਾਂ ਨੂੰ ਵਾਇਰਸਿਸ ਦੇ ਵਿੱਚ ਦੇਖਣ ਨੂੰ ਮਿਲ ਜਾਏਗਾ। ਇਸ ਕਰਕੇ ਇਹਨਾਂ ਦਾ ਨਾਮ ਵਿਰੀਓਡ ਰੱਖਿਆ ਗਿਆ। ਅਤੇ ਜਿਹੜਾ ਇਹਨਾਂ ਦਾ RNA ਹੁੰਦਾ ਉਹਨਾਂ ਦਾ ਮੋਲੀਕੂਲਰ ਵੇਟ ਵੀ ਘੱਟ ਹੁੰਦਾ ਗਾ ਐਜ਼ ਕੰਪੇਅਰ ਟੂ ਦ RNA ਆਫ ਵਾਇਰਸਿਸ। ਹੁਣ ਆਪਾਂ ਪ੍ਰਾਇਓਨਸ ਦੀ ਗੱਲ ਕਰਦੇ ਹਾਂ।
2006 ਦੇ ਐਡੀਸ਼ਨ ਦੇ ਵਿੱਚ ਪ੍ਰਾਇਓਨਸ ਨਹੀਂ ਦਿੱਤੇ ਹੋਏ ਸੀ, ਮਤਲਬ ਇਹ 2023 ਵਾਲੇ ਐਡੀਸ਼ਨ ਦੇ ਵਿੱਚ ਹੀ ਐਡ ਹੋਏ ਨੇ। ਤੇ ਹੁਣ ਲੇਟੈਸਟ ਐਡੀਸ਼ਨ ਦੇ ਵਿੱਚ ਇੱਥੇ ਕਰੈਕਸ਼ਨ ਵੀ ਹੋਈ ਹੈ ਇਹਦੇ ਵਿੱਚ। ਪ੍ਰਾਇਓਨਸ ਜਿਹੜੇ ਸੀ ਮਾਡਰਨ ਮੈਡੀਸਨ ਦੇ ਵਿੱਚ, ਪ੍ਰਾਇਓਨਸ ਜਿਹੜੇ ਨੇ ਮਾਡਰਨ ਮੈਡੀਸਨ ਦੇ ਵਿੱਚ ਸਰਟਨ ਇਨਫੈਕਸ਼ੀਅਸ ਏਜੰਟਸ, ਸਰਟਨ ਇਨਫੈਕਸ਼ੀਅਸ ਨਿਊਰੋਲੋਜੀਕਲ ਡਿਸੀਜ਼ਸ ਕਾਜ਼ ਕਰਦੇ ਨੇ, ਠੀਕ ਹੈ। ਤੇ ਕੀ ਹੁੰਦੇ ਨੇ, ਅਬਨੋਰਮਲੀ ਫੋਲਡਡ ਪ੍ਰੋਟੀਨ ਹੁੰਦੇ ਨੇ। ਤੇ ਇਹਨਾਂ ਦਾ ਸਾਈਜ਼ ਸਿਮਿਲਰ ਟੂ ਵਾਇਰਸ ਹੁੰਦਾ। ਅਬਨੋਰਮਲੀ ਫੋਲਡਡ ਪ੍ਰੋਟੀਨ ਹੈ, ਮਤਲਬ ਇਹਨਾਂ ਦੇ ਵਿੱਚ ਜੈਨੇਟਿਕ ਮਟੀਰੀਅਲ ਨਹੀਂ ਦੇਖਣ ਨੂੰ ਮਿਲਦਾ ਹੈਗਾ। ਤੇ ਜਿਹੜੇ ਏਜੰਟਸ ਨੇ ਮਤਲਬ ਇਹ ਪ੍ਰਾਇਮਸ ਨੇ, ਤੇ ਮੋਸਟ ਨੋਟੇਬਲ ਡਿਸੀਜ਼ ਜਿਹੜੇ ਕੋਜ਼ ਕਰਦੇ ਨੇ ਉਹ ਕੀ ਹੈ, ਬੋਵਾਈਨ ਸਪੌਂਜੀਫਾਰਮ ਐਨਸੈਫੇਲੋਪੈਥੀ ਹੈ ਇੱਕ ਤਾਂ, ਜਿਹਨੂੰ ਮੈਡਕਾਰਡ ਡਿਸੀਜ਼ ਵੀ ਕਹਿੰਦਾ, ਤੇ ਇਹ ਕੈਟਲ ਦੇ ਵਿੱਚ, ਮੱਝਾਂ ਗਾਵਾਂ ਦੇ ਵਿੱਚ ਦੇਖਣ ਨੂੰ ਮਿਲਦਾ ਵਾ। ਤੇ ਇਹਦਾ ਐਨਾਲੋਗਸ ਵੇਰੀਐਂਟ, ਠੀਕ ਹੈ, ਮਤਲਬ ਇਹਦੇ ਵਰਗਾ ਵੇਰੀਐਂਟ ਜਿਹੜਾ ਹਿਊਮਨਸ ਦੇ ਵਿੱਚ ਸੇਮ ਡਿਸੀਜ਼ ਕਾਜ਼ ਕਰੇ ਉਹਨੂੰ ਕਿਹਾ ਜਾਂਦਾ ਹੈਗਾ, ਉਹ ਕਿਹੜਾ ਮਤਲਬ ਸੇਮ ਡਿਸੀਜ਼ ਕਿਹੜਾ ਹੈਗਾ ਹਿਊਮਨਸ ਦੇ ਵਿੱਚ, ਠੀਕ ਹੈ। ਮਤਲਬ ਬੋਵਾਈਨ ਸਪੌਂਜੀਫਾਰਮ ਐਨਸੈਫੇਲੋਪੈਥੀ ਨਾਲ ਮਿਲਦਾ ਜੁਲਦਾ ਡਿਸੀਜ਼ ਕਿਹੜਾ ਹਿਊਮਨਸ ਦੇ ਵਿੱਚ ਕਾਜ਼ ਕੀਤਾ ਜਾਂਦਾ, ਪ੍ਰਾਇਮਸ ਦੁਆਰਾ ਕ੍ਰੂਜ਼ਫੈਲਡ ਜੈਕੋਬ ਡਿਸੀਜ਼। ਹੁਣ ਆਪਾਂ ਲਾਈਕਨਸ ਦੀ ਗੱਲ ਕਰਦੇ ਹਾਂ। ਲਾਈਕਨਸ ਜਿਹੜੇ ਆ ਸਿੰਬਾਇਓਟਿਕ ਐਸੋਸੀਏਸ਼ਨ ਹੁੰਦੀਆਂ ਨੇ, ਮਤਲਬ ਕਿ ਮਿਊਚੁਅਲੀ ਯੂਜ਼ਫੁਲ ਐਸੋਸੀਏਸ਼ਨ ਹੁੰਦੀਆਂ ਨੇ ਅਲਗੇ ਅਤੇ ਫੰਜਾਈ ਦੀਆਂ, ਠੀਕ ਹੈ। ਤੇ ਇਹਨਾਂ ਦੇ ਵਿੱਚ ਅਲਗਲ ਕੰਪੋਨੈਂਟ ਨੂੰ ਕੀ ਕਹਿੰਦਾ, ਫਾਈਕੋਬੈਂਟ, ਫੰਗਲ ਕੰਪੋਨੈਂਟ ਨੂੰ ਮਾਈਕੋਬੈਂਟ ਕਹਿੰਦਾ। ਅਲਗਲ ਕੰਪੋਨੈਂਟ ਐਡੋਟ੍ਰੋਫਿਕ ਹੁੰਦਾ ਤੇ ਜਿਹੜਾ ਫੰਗਲ ਕੰਪੋਨੈਂਟ ਮਾਈਕੋਬੈਂਟ ਆ ਉਹ ਹੈਟਰੋਟ੍ਰੋਫਿਕ ਹੁੰਦਾ। ਅਲਗੇ ਕੀ ਆ, ਫੰਜਾਈ ਵਾਸਤੇ ਫੂਡ ਪ੍ਰਿਪੇਅਰ ਕਰਦਾ। ਜਿਹੜਾ ਫੰਜਾਈ ਆ ਉਹ ਕੀ ਆ, ਅਲਗੇ ਨੂੰ ਸ਼ੈਲਟਰ ਪ੍ਰੋਵਾਈਡ ਕਰਦਾ ਤੇ ਉਹਦੀ ਖਾਤਰ ਨਿਊਟਰੀਐਂਟਸ ਤੇ ਵਾਟਰ ਨੂੰ ਐਬਜ਼ੋਰਬ ਕਰਦਾ ਹੈਗਾ। ਤੇ ਇਹਨਾਂ ਦੀ ਐਸੋਸੀਏਸ਼ਨ ਐਨੀ ਕਲੋਜ਼ ਹੁੰਦੀਆਂ ਨੇ। ਜੇ ਆਪਾਂ ਲਾਈਕਨ ਦੇਖੀਏ ਤਾਂ ਆਪਾਂ ਦੇ ਦਿਮਾਗ ਦੇ ਵਿੱਚ ਇਹ ਬਿਲਕੁਲ ਵੀ ਇਹ ਨਾ ਹੋਊਗਾ ਕਿ ਇਹਨਾਂ ਦੇ ਵਿੱਚ ਦੋ ਅਲੱਗ ਅਲੱਗ ਆਰਗੈਨਿਜ਼ਮਸ ਨੇ।